फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। हेलो फ्रेंड्स, वेलकम टू माय यूट्यूब चैनल। फ्रेंड्स, ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਦੇ ਕੁਝ ਹੋਰ ਇੰਪੋਰਟੈਂਟ ਕੁਐਸਚਨ ਕਰਨ ਵਾਲੇ ਹਾਂ ਜੀ, ਜੋ ਕਿ ਐਸਐਸਟੀ ਦੇ ਮਾਸਟਰ ਗ੍ਰੇਡ ਐਗਜ਼ਾਮ ਵਿੱਚ ਆ ਸਕਦੇ ਹਨ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੋਣਗੇ ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਪਹਿਲਾ ਜਿਹੜਾ ਕੁਐਸਚਨ ਹੈ ਜੀ ਉਹ ਹੈ, ਹੁਣ ਤੱਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿੰਨੀ ਵਾਰੀ ਸੋਧਿਆ ਜਾ ਚੁੱਕਿਆ ਹੈ। ਤਾਂ ਜਿਹੜਾ ਸਾਡਾ ਭਾਰਤੀ ਸੰਵਿਧਾਨ ਹੈ ਜੀ, ਉਸ ਜਿਹੜੀ ਪ੍ਰਸਤਾਵਨਾ ਹੈ ਯਾਨੀ ਪ੍ਰੀਐਂਬਲ ਹੈ ਜਿਹੜਾ, ਉਸ ਨੂੰ ਕਿੰਨੀ ਵਾਰ ਸੋਧਿਆ ਜਾ ਚੁੱਕਿਆ ਹੈ, ਮਤਲਬ ਅਮੈਂਡ ਕੀਤਾ ਜਾ ਚੁੱਕਾ ਹੈ, ਯਾਨੀ ਉਹਨੂੰ ਚੇਂਜ ਕੀਤਾ ਜਾ ਚੁੱਕਾ ਹੈ, ਅਮੈਂਡਡ ਕੀਤਾ ਜਾ ਚੁੱਕਾ ਹੈ। ਤਾਂ ਇਹ ਆਪਸ਼ਨ ਹੈ ਜੀ 1 ਵਾਰੀ, ਬੀ ਆਪਸ਼ਨ ਹੈ 2 ਵਾਰੀ, ਸੀ ਆਪਸ਼ਨ ਹੈ 3 ਵਾਰੀ, ਡੀ ਆਪਸ਼ਨ ਹੈ ਕਦੇ ਨਹੀਂ। ਤਾਂ ਕੀ ਰਾਈਟ ਆਨਸਰ ਹੋਵੇਗਾ ਜੀ? ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ, 1 ਵਾਰੀ। ਹੁਣ ਤੱਕ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਜੀ, ਉਸ ਨੂੰ 1 ਵਾਰੀ ਹੀ ਸੋਧਿਆ ਜਾ ਚੁੱਕਿਆ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿਸ ਨਾਲ ਸੋਧਿਆ ਗਿਆ ਸੀ, ਕਿਸ ਸਾਲ ਸੋਧਿਆ ਗਿਆ ਸੀ? ਤਾਂ ਕਿਹੜਾ ਸਾਲ ਸੀ ਜੀ, ਕਿਹੜਾ ਈਅਰ ਸੀ? ਤਾਂ ਇਹ ਆਪਸ਼ਨ ਹੈ 1975, ਬੀ ਆਪਸ਼ਨ ਹੈ 1976, ਸੀ ਆਪਸ਼ਨ ਹੈ 1977, ਡੀ ਆਪਸ਼ਨ ਹੈ 1978। ਤਾਂ ਕਿਹੜੇ ਸਾਲ ਸੋਧਿਆ ਗਿਆ ਸੀ ਜੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ 1976, ਬੀ ਆਪਸ਼ਨ 1976। ਠੀਕ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ 1976 ਵਿੱਚ ਸੋਧਿਆ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਪ੍ਰਸਤਾਵਨਾ ਵਿੱਚ ਇਸਤੇਮਾਲ ਕੀਤੇ ਗਏ ਸ਼ਬਦ ਸਮਾਜਵਾਦ ਅਤੇ ਧਰਮ ਨਿਰਪੇਖਵਾਦ ਕਿਹੜੀ ਸੋਧ ਦੁਆਰਾ ਜੋੜੇ ਗਏ ਸਨ? ਤਾਂ ਪ੍ਰਸਤਾਵਨਾ ਵਿੱਚ ਕੁਝ ਸ਼ਬਦ ਇਸਤੇਮਾਲ ਕੀਤੇ ਗਏ ਨੇ ਜੀ, ਸਮਾਜਵਾਦ ਅਤੇ ਧਰਮ ਨਿਰਪੇਖਵਾਦ। ਤਾਂ ਇਹ ਕਿਹੜੀ ਸੋਧ ਨਾਲ ਜੋੜੇ ਗਏ? ਤਾਂ ਇਹ ਆਪਸ਼ਨ ਹੈ ਜੀ 42ਵੀਂ ਸੋਧ ਦੁਆਰਾ, ਬੀ ਆਪਸ਼ਨ ਹੈ 44ਵੀਂ ਸੋਧ ਦੁਆਰਾ, ਸੀ ਆਪਸ਼ਨ ਹੈ 24ਵੀਂ ਸੋਧ ਦੁਆਰਾ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜੀ ਸੋਧ ਦੁਆਰਾ ਜੋੜੇ ਗਏ ਸਨ ਜੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਇਹ ਆਪਸ਼ਨ 42ਵੀਂ ਸੋਧ ਦੁਆਰਾ, 42nd ਸੋਧ ਦੁਆਰਾ ਜਿਹੜੇ ਹੈ ਸਮਾਜਵਾਦ ਅਤੇ ਧਰਮ ਨਿਰਪੇਖਵਾਦ ਜਿਹੜੇ ਸ਼ਬਦ ਹਨ ਜੀ ਉਹ ਜੋੜੇ ਗਏ ਸਨ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅੰਕਿਤ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਦੇ ਵਿਚਾਰ ਕਿਸ ਦੀ ਪ੍ਰੇਰਨਾ ਤੋਂ ਸਵੀਕਾਰੇ ਗਏ ਸਨ? ਤਾਂ ਕਿਸ ਦੀ ਪ੍ਰੇਰਨਾ ਤੋਂ ਸਵੀਕਾਰੇ ਗਏ ਹਨ ਜੀ? ਇਹ ਆਪਸ਼ਨ ਹੈ ਫਰਾਂਸੀਸੀ ਕ੍ਰਾਂਤੀ, ਬੀ ਆਪਸ਼ਨ ਹੈ ਰੂਸੀ ਕ੍ਰਾਂਤੀ, ਸੀ ਆਪਸ਼ਨ ਹੈ ਅਮਰੀਕੀ ਆਜ਼ਾਦੀ ਦੀ ਘੋਸ਼ਣਾ, ਡੀ ਆਪਸ਼ਨ ਹੈ ਜੀ UN ਚਾਰਟਰ। ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੋ ਹੋਵੇਗਾ ਇਹ ਆਪਸ਼ਨ, ਫਰਾਂਸੀਸੀ ਕ੍ਰਾਂਤੀ ਦੀ ਪ੍ਰੇਰਨਾ ਤੋਂ ਸਵੀਕਾਰੇ ਗਏ ਹਨ। ਠੀਕ ਹੈ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਜਿਹੜੇ ਅੰਕਿਤ ਹਨ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਦੇ ਵਿਚਾਰ ਜਿਹੜੇ ਹਨ ਉਹ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਸਵੀਕਾਰੇ ਗਏ ਹਨ, ਉਸ ਦੀ ਪ੍ਰੇਰਨਾ ਤੋਂ ਸਵੀਕਾਰੇ ਗਏ ਹਨ। ਨੈਕਸਟ ਕੁਐਸਚਨ ਹੈ ਜੀ, ਕਿਹੜੇ ਕੇਸ ਵਿੱਚ ਸੁਪਰੀਮ ਕੋਰਟ ਨੇ ਨਿਰਣਾ ਦਿੱਤਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ? ਤਾਂ ਕਿਹੜਾ ਕੇਸ ਸੀ ਜੀ ਜਿਸ ਵਿੱਚ ਸੁਪਰੀਮ ਕੋਰਟ ਨੇ ਨਿਰਣਾ ਦਿੱਤਾ ਸੀ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ? ਤਾਂ ਇਹ ਆਪਸ਼ਨ ਹੈ ਬੇਰੁਬਾਰੀ ਕੇਸ, ਬੀ ਆਪਸ਼ਨ ਹੈ ਗੋਲਕਨਾਥ ਕੇਸ, ਸੀ ਆਪਸ਼ਨ ਹੈ ਕੇਸ਼ਵ ਨੰਦ ਕੇਸ, ਡੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਕਿਹੜਾ ਕੇਸ ਸੀ ਜੀ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਇਹ ਆਪਸ਼ਨ, ਬੇਰੁਬਾਰੀ ਕੇਸ। ਠੀਕ ਹੈ ਜੀ, ਇਸ ਦਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਇਹ ਆਪਸ਼ਨ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਰਾਜਨੀਤਿਕ ਸ਼ਕਤੀ ਦਾ ਮੁੱਖ ਸਾਧਨ ਕੀ ਹੈ? ਤਾਂ ਭਾਰਤ ਵਿੱਚ ਰਾਜਨੀਤਿਕ ਜਿਹੜੀ ਸ਼ਕਤੀ ਹੈ ਜੀ ਉਸਦਾ ਮੁੱਖ ਸਾਧਨ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਹ ਆਪਸ਼ਨ ਹੈ ਸੰਸਦ, ਬੀ ਆਪਸ਼ਨ ਹੈ ਸੰਵਿਧਾਨ, ਸੀ ਆਪਸ਼ਨ ਹੈ ਲੋਕ, ਡੀ ਆਪਸ਼ਨ ਹੈ ਸੰਸਦ ਅਤੇ ਰਾਜ ਵਿਧਾਨਪਾਲਿਕਾ। ਤਾਂ ਕਿਸ ਨੂੰ ਮੰਨਿਆ ਜਾਂਦਾ ਹੈ ਜੀ ਮੁੱਖ ਸਾਧਨ ਰਾਜਨੀਤਿਕ ਸ਼ਕਤੀ ਦਾ? ਤਾਂ ਇਸਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਹੋਵੇਗਾ ਸੀ ਆਪਸ਼ਨ, ਲੋਕ। ਠੀਕ ਹੈ ਜੀ, ਲੋਕਾਂ ਨੂੰ ਭਾਰਤ ਵਿੱਚ ਰਾਜਨੀਤਿਕ ਸ਼ਕਤੀ ਦਾ ਮੁੱਖ ਸਾਧਨ ਮੰਨਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨ ਭਾਰਤੀ ਸੰਘ ਦੀ ਕਿਸ ਵਜੋਂ ਵਿਆਖਿਆ ਕਰਦਾ ਹੈ? ਤਾਂ ਜਿਹੜਾ ਸੰਵਿਧਾਨ ਹੈ ਜੀ ਉਹ ਭਾਰਤੀ ਸੰਘ ਦੀ ਕਿਸ ਵਜੋਂ ਵਿਆਖਿਆ ਕਰਦਾ ਹੈ? ਤਾਂ ਇਹ ਆਪਸ਼ਨ ਹੈ ਜੀ ਇੰਡੀਆ ਦੀ ਭਾਰਤ ਵਜੋਂ, ਬੀ ਆਪਸ਼ਨ ਹੈ ਇੰਡੀਆ ਦੀ ਭਾਰਤ ਵਰਸ਼ ਵਜੋਂ, ਸੀ ਆਪਸ਼ਨ ਹੈ ਇੰਡੀਆ ਦੀ ਹਿੰਦੁਸਤਾਨ ਵਜੋਂ, ਡੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਕੀ ਹੋਏਗਾ ਜੀ ਇਸਦਾ ਰਾਈਟ ਆਨਸਰ? ਇਸਦਾ ਰਾਈਟ ਆਨਸਰ ਹੋਵੇਗਾ ਇਹ ਆਪਸ਼ਨ, ਇੰਡੀਆ ਦੀ ਭਾਰਤ ਵਜੋਂ ਵਿਆਖਿਆ ਕਰਦਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਭਾਰਤ ਦਾ ਸੰਵਿਧਾਨ ਭਾਰਤ ਨੂੰ ਕਿਸ ਦੇ ਤੌਰ ਤੇ ਬਿਆਨ ਕਰਦਾ ਹੈ? ਤਾਂ ਕਿਸ ਦੇ ਤੌਰ ਤੇ ਬਿਆਨ ਕਰਦਾ ਹੈ ਜੀ? ਇਹ ਆਪਸ਼ਨ ਹੈ ਰਾਜਾਂ ਦਾ ਇੱਕ ਸੰਘ ਹੈ, ਬੀ ਆਪਸ਼ਨ ਹੈ ਅਰਧ ਸੰਘ, ਸੀ ਆਪਸ਼ਨ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇੱਕ ਸੰਘ,
डी ऑप्शन है अंशिक इकहरे ਅਤੇ अंशिक संघ। तो ਜਿਹੜਾ ਭਾਰਤ ਦਾ ਸੰਵਿਧਾਨ ਹੈ ਜੀ ਭਾਰਤ ਨੂੰ ਕਿਸ ਦੇ ਤੌਰ 'ਤੇ ਬਿਆਨ ਕਰਦਾ ਹੈ, ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ सी ऑप्शन, राज्यों ਅਤੇ केंद्र शासित प्रदेशों का एक संघ है। ठीक है जी, तो इसका राइट आंसर होगा सी ऑप्शन। नैक्सट क्वेश्चन है जी, संविधान सभा के संविधानक सलाहकार वजों किसने काम किया सी। तो संविधान सभा जी सी जी, उसके संविधानक सलाहकार वजों किसने काम किया सी, तो ए ऑप्शन है डॉक्टर बी आर अंबेडकर, बी ऑप्शन है डॉक्टर राजेंद्र प्रसाद, सी ऑप्शन है बी एन राव, डी ऑप्शन है डॉक्टर सच्चिदानंद सिन्हा ने। तो किसने काम किया सी जी संविधानक सलाहकार वजों, तो इसका जो राइट आंसर होगा जी होगा सी ऑप्शन बी एन राव ने। ठीक है जी, संविधानक सलाहकार वजों बी एन राव ने काम किया सी। नैक्सट क्वेश्चन है जी, भारतीय संविधान सभा ने सारे निर्णय किस तरह लए सन। तो भारतीय संविधान सभा जी सी जी उसने निर्णय लए सन, तो किस तरह लए सन, तो ए ऑप्शन है साधारण बहुमत द्वारा, बी ऑप्शन है 2/3 बहुमत द्वारा, सी ऑप्शन है आम सहमति द्वारा, डी ऑप्शन है उपरोक्त सारिया विधियां द्वारा। तो किस तरह निर्णय लए सन जी, तो इसका जो राइट आंसर होगा सी ऑप्शन आम सहमति द्वारा। भारतीय संविधान सभा ने आम सहमति द्वारा निर्णय लए सन। नैक्सट क्वेश्चन है जी, भारतीय संविधान में कितनी धारावां शामिल हैं, तो कितनी धारावां शामिल हैं जी, तो ए ऑप्शन है 295 धारावां, बी ऑप्शन है 448 धारावां, सी ऑप्शन है 259 धारावां, डी ऑप्शन है 301 धारावां। तो कितनी धारावां शामिल हैं जी, तो इसका जो राइट आंसर होगा बी ऑप्शन 448 धारावां शामिल हैं। ठीक है जी, भारतीय संविधान में 448 धारावां शामिल हैं। नैक्सट क्वेश्चन है जी, भारतीय संविधान में कितनी सूचियां शामिल हैं जी, तो जो भारतीय संविधान है जी उस कितनी सूचियां शामिल हैं, तो ए ऑप्शन है 9, बी ऑप्शन है 10, सी ऑप्शन है 11, डी ऑप्शन है 12। तो कितनी हैं जी सूचियां यानी शेड्यूल, तो की होगा जी राइट आंसर, इसका राइट आंसर होगा डी ऑप्शन 12, टोटल 12 सूचियां शामिल हैं। ठीक है जी, नेक्स्ट क्वेश्चन है, भारतीय संविधान को कितने भागों में वंडिया गया है, तो जो भारतीय संविधान है जी उसको कितने भागों में वंडिया गया है, तो ए ऑप्शन है जी 7 भागों में, बी ऑप्शन है 11 भागों में, सी ऑप्शन है 21 भागों में, डी ऑप्शन है 25 भागों में। तो इसका राइट आंसर की होगा जी, भारतीय संविधान को कितने भागों में वंडिया गया है, तो इसका राइट आंसर होगा डी ऑप्शन 25 भागों में वंडिया गया है। ठीक है जी, भारतीय संविधान को 25 भागों में वंडिया गया है। नैक्सट क्वेश्चन है, हेठ लिखियां विचों किसने भारतीय संविधान ते बहुत चंगा प्रभाव पाया सी, तो किसने पाया सी जी बहुत चंगा प्रभाव भारतीय संविधान के उपर, तो ए ऑप्शन है जी भारतीय सरकार अधिनियम 1935 ने, बी ऑप्शन है ब्रिटेन के संविधान ने, सी ऑप्शन है अमरीका के संविधान ने, डी ऑप्शन है संयुक्त राष्ट्र के अधिकार पत्र ने। किसने जी भारतीय संविधान पर बहुत चंगा प्रभाव पाया सी, तो इसका जो राइट आंसर होगा जी होगा ए ऑप्शन। ठीक है जी, भारतीय सरकार अधिनियम 1935। ठीक है जी, भारतीय सरकार अधिनियम 1935 ने जोड़ा है भारतीय संविधान पर बहुत चंगा प्रभाव पाया सी। ठीक है जी, तो इसका राइट आंसर होगा ए ऑप्शन। नैक्सट क्वेश्चन है जी, भारत में संसदीय सरकार की व्यवस्था किसकी संसदीय सरकार के तौर तरीके ते आधारित है, तो जी भारत में संसदीय सरकार की व्यवस्था है जी वो किसकी संसदीय सरकार के तौर तरीके ते आधारित है, तो केड़ी है जी, तो ए ऑप्शन है फ्रांस, बी ऑप्शन है कैनेडा, सी ऑप्शन है ब्रिटेन, डी ऑप्शन है उपरोक्त सारिया ते। तो इसका की राइट आंसर होगा जी, तो इसका जो राइट आंसर होगा सी ऑप्शन ब्रिटेन। ठीक है जी, भारत में संसदीय सरकार की व्यवस्था ब्रिटेन की संसदीय सरकार के तौर तरीके ते आधारित है, बेस्ड है। ठीक है जी, इसका राइट आंसर होगा सी ऑप्शन ब्रिटेन।
ਠੀਕ ਹੈ ਜੀ। ਤਾਂ ਇਹ SST ਦੇ ਸਵਿਕਸ ਦੇ ਬਹੁਤ ਇੰਪੋਰਟੈਂਟ ਕੁਐਸਚਨਸ ਹਨ ਜੀ, ਜਿਹੜੇ ਕਿ SST ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਆ ਸਕਦੇ ਨੇ। ਇਹਨਾਂ ਤੁਸੀਂ ਜ਼ਰੂਰ ਕਰ ਲਿਓ। ਠੀਕ ਹੈ ਜੀ। ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਤੋਂ ਤਾਂ ਉਹ ਵੀ ਜ਼ਰੂਰ ਕਰ ਦਿਓ ਅਤੇ ਪ੍ਰੈਸ ਕਰ ਦਿਓ ਬੈਲ ਆਈਕਨ ਨੂੰ ਵੀ, ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮੇਰੀ ਵੀਡੀਓ ਦਾ ਮਿਲਦਾ ਰਹੇ। ਠੀਕ ਹੈ ਜੀ। ਅਗਰ ਤੁਹਾਨੂੰ ਕੋਈ ਕਮੈਂਟ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ, ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ। ਤਾਂ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੁਝ ਹੋਰ ਕੁਐਸਚਨ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।